ਅੰਮ੍ਰਿਤਪਾਲ ਸਿੰਘ ਨੇ ਬਿਆਨ ਦਿੱਤਾ ਕਿ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਕੋਈ ਤਖਤ ਬਰਾਬਰ ਨਹੀਂ ਹੋਣਾ ਚਾਹੀਦਾ, ਨਾ ਸੋਫਾ ਨਾ ਕੁਰਸੀ ਦੇਖਣੀ ਚਾਹੀਦੀ ਹੈ, ਬਾਹਰ ਸੁੱਟੋ ਤੇ ਅੱਗ ਲਾ ਦਿਓ। ਕਾਰਜ ਰਚਾਇਆ ਹੈ ਅੰਮ੍ਰਿਤਪਾਲ ਸਿੰਘ ਨੇ, ਇਹ ਕੋਈ ਦਲੀਲ ਪੂਰਵਕ ਕਾਰਜ ਨਹੀਂ ਹੈਗਾ। 4 ਮਹੀਨੇ ਪਹਿਲੇ ਤੇ ਤੁਸੀਂ ਪਗੜੀ ਬੰਨੀ, 6-7 ਮਹੀਨੇ ਪਹਿਲੇ ਤੁਸੀਂ ਵਾਲ ਰੱਖੇ ਨੇ, ਉਸ ਤੋਂ ਪਹਿਲੇ ਤੁਸੀਂ ਮੋਨੇ ਸੀ, ਵਾਲ ਕੱਟਦੇ ਸੀ, ਉਸਤਰੇ ਵਰਤਦੇ ਸੀ, ਕੈਂਚੀ ਵਰਤਦੇ ਸੀ, ਨਾਈ ਦੀ ਦੁਕਾਨ ਤੇ ਜਾਂਦੇ ਸੀ। ਪਰ ਜਿਹੜੇ ਲੋਕ ਗੁਰਦੁਆਰੇ ਵਿੱਚ ਆ ਰਹੇ ਨੇ ਉਹਨਾਂ ਦਾ ਇਹ ਪਿਛੋਕੜ ਨਹੀਂ ਹੈ। ਉਹਨਾਂ ਦਾ ਪਿਛੋਕੜ ਇਹ ਹੈ ਕਿ ਉਹ ਧਾਰਮਿਕ ਹੈਗੇ, ਗੁਰੂ ਘਰ ਨਾਲ ਜੁੜੇ ਹੋਏ ਹੈ, ਬਿਰਧ ਔਰਤਾਂ, ਬੁੱਢੀਆਂ ਔਰਤਾਂ। ਉਹਨਾਂ ਨੇ ਵਾਲ ਨਾ ਪਹਿਲੇ ਕੱਟੇ ਸੀ ਨਾ ਹੁਣ ਉਹਨਾਂ ਨੇ ਰੱਖੇ ਕਿ ਮੈਂ ਜਾ ਕੇ ਸਿੱਖ ਕੌਮ ਦਾ ਲੀਡਰ ਬਣਨਾ। ਉਹ ਗੁਰਦੁਆਰੇ ਇਸ ਲਈ ਨਹੀਂ ਜਾਂਦੀਆਂ। ਅੰਮ੍ਰਿਤਪਾਲ ਸਿੰਘ ਕਹਿੰਦੇ ਕਿ ਗੁਰੂ ਦੇ ਹੁਕਮ ਦੇ ਨਾਲ ਹੀ ਮੈਂ ਕਰ ਰਿਹਾ ਜੋ ਕੁਝ ਕਰ। ਉਹਨਾਂ ਨੂੰ ਗੁਰੂ ਸਾਹਿਬ ਨੇ ਕਦੋਂ ਹੁਕਮ ਦਿੱਤਾ? ਗੁਰੂ ਸਾਹਿਬ ਨੇ ਕਦੋਂ ਉਹਨਾਂ ਨੂੰ ਹੁਕਮ ਦਿੱਤਾ? ਔਰ ਕਿਹੜੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਉਹਨਾਂ ਨੂੰ? ਉਹ ਕੋਈ ਦੱਸਣ। ਗੁਰੂ ਸਾਹਿਬ ਕਿੱਥੇ ਮਿਲੇ ਨੇ ਉਹਨਾਂ ਨੂੰ? ਮਤਲਬ ਐਵੇਂ ਕੋਈ ਵੀ ਬੰਦਾ ਉੱਠ ਕੇ ਕਹਿ ਦੇ ਕਿ ਹੁਣ ਮੈਂ ਖਾਲਸਾ ਦਾ, ਸਿੱਖਾਂ ਦਾ ਸੁਧਾਰ ਕਰਨਾ ਤੇ ਉਹ ਰਾਤੋਂ ਰਾਤ ਅੰਮ੍ਰਿਤ ਵੀ ਛਕ ਲੇ। ਜਿਹੜੇ ਲੋਕਾਂ ਨੇ ਪਹਿਲੇ ਅੰਮ੍ਰਿਤ ਛਕੇ ਤੇ ਉਹ ਲੋਕ ਵਧੀਆ ਸਿੱਖ ਨਹੀਂ ਹੈਗੇ। ਉਹਦੇ ਨਾਲ ਤੇ ਗੁਰਦੁਆਰਿਆਂ 'ਚ ਲੋਕਾਂ ਦੀ ਸੰਗਤ ਦਾ ਜਾਣਾ ਘਟ ਜਾਏਗਾ। ਉਹ ਦੋ ਚੀਜ਼ਾਂ ਨੂੰ ਚੈਲੰਜ ਕਰ ਰਿਹਾ ਅੰਮ੍ਰਿਤਪਾਲ ਸਿੰਘ। ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਖਾਲਸਾ ਵਹੀਰ ਦੀ ਸ਼ੁਰੂਆਤ ਕੀਤੀ ਔਰ ਉਹ ਸਿੰਬੋਲਿਕ ਤੌਰ ਤੇ ਵੀ ਦੱਸਿਆ ਗਿਆ ਕਿ ਇੱਥੇ ਅੰਮ੍ਰਿਤ ਛਕੋ ਆ ਕੇ। ਉੱਥੇ ਛਕਾਇਆ ਵੀ ਗਿਆ, ਅੰਮ੍ਰਿਤਪਾਲ ਸਿੰਘ ਨੇ ਕਿਹਾ ਵੀ ਉੱਥੇ ਅਕਾਲ ਤਖਤ ਤੇ ਉਹਨੇ ਥੋੜ੍ਹੀ ਅਰਦਾਸ ਕੀਤੀ ਹੈ ਵੀ ਮੈਂ ਹੁਣ ਗੁਰਦੁਆਰੇ 'ਚੋਂ ਕੁਰਸੀਆਂ, ਮੇਜ਼, ਸੋਫੇ ਸਭ ਬਾਹਰ ਸੁੱਟ ਦੇਣੇ ਤੇ ਮੇਰੇ ਨਾਲ ਜਿਹੜੇ ਲੋਕ ਮੇਰੇ ਸ਼ਰਧਾਲੂ ਬਣ ਗਏ, ਮੇਰੇ ਚੇਲੇ ਬਣ ਗਏ, ਜਿਨ੍ਹਾਂ ਕੋਲ ਬਰਸ਼ੇ ਉਹ ਇਹਨਾਂ ਨੂੰ ਪਾੜ ਕੇ ਬਾਹਰ ਸਿੱਟਣ। ਇਹ ਅਰਦਾਸ ਉੱਥੇ ਉਹਨਾਂ ਨੇ ਕੀਤੀ ਹੈ ਅਕਾਲ ਤਖਤ ਸਾਹਿਬ। ਉੱਥੋਂ ਕੋਈ ਵੀ ਅਰਦਾਸ ਕਰਕੇ ਤੁਰ ਸਕਦਾ ਹੈ। ਅੰਮ੍ਰਿਤਪਾਲ ਸਿੰਘ ਨੇ ਕੋਈ ਨਵੀਂ ਗੱਲ ਥੋੜ੍ਹੀ ਕੀਤੀ ਹੈ। ਪਰ ਅੰਮ੍ਰਿਤਪਾਲ ਸਿੰਘ ਨੇ ਬਿਆਨ ਦਿੰਦੇ ਇਹ ਵੀ ਕਿਹਾ, ਕਹਿੰਦੇ ਕਿ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਇਹ ਚੀਜ਼ਾਂ ਕੋਈ ਤਖਤ ਸਾਹਮਣੇ ਨਹੀਂ ਚਾਹੀਦੀ। ਇਹਦਾ ਫੈਸਲਾ ਅੰਮ੍ਰਿਤਪਾਲ ਸਿੰਘ ਨਹੀਂ ਲੈ ਸਕਦਾ। ਇਹ ਅਕਾਲ ਤਖਤ ਦੀ ਵੀ ਸੋਚ ਨਹੀਂ, ਇਹ SGPC ਜਿਹਦੇ ਵਿੱਚ ਸਿੱਖ ਇਲੈਕਟਿਡ ਮੈਂਬਰ ਹਨ, ਇਹ ਉਹਨਾਂ ਦੀ ਵੀ ਸੋਚ ਨਹੀਂ ਕਿ ਅੰਮ੍ਰਿਤਪਾਲ ਸਿੰਘ ਹੁਣ ਦੱਸੇਗਾ ਗੁਰਦੁਆਰੇ ਕਿਵੇਂ ਚਲਾਣੇ ਨੇ, ਗੁਰਦੁਆਰੇ 'ਚ ਕੌਣ ਬੈਠੇਗਾ, ਕਿੱਥੇ ਬੈਠੇਗਾ, ਕੱਲ ਨਿਸ਼ਚਿਤ ਕਰ ਦੇਗਾ ਥਾਂ। ਜੇ ਅੰਮ੍ਰਿਤਪਾਲ ਸਿੰਘ ਦੇ ਫੈਸਲੇ ਇੰਨੀ ਗਲਤ ਹੈ ਤਾਂ ਫਿਰ SGPC ਦੇ ਨੁਮਾਇੰਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਤੇ ਬੋਲਦੇ ਕਿਉਂ ਨਹੀਂ? ਬੋਲੇ ਨਹੀਂ ਹਾਲ ਤੱਕ। ਉਹ ਇਸ ਲਈ ਨਹੀਂ ਬੋਲ ਰਹੇ ਕਿਉਂਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮੁੱਦੇ ਤੇ ਹਲੇ ਕੋਈ ਆਦੇਸ਼ ਨਹੀਂ ਆਇਆ। ਅੰਮ੍ਰਿਤਪਾਲ ਸਿੰਘ ਹੁਣ ਤੱਕ ਇਹ ਨਹੀਂ ਉਹਨੇ ਕਿਹਾ ਕਿ ਸੁਖਬੀਰ ਬਾਦਲ ਆਪਣੀ ਜ਼ਿੰਦਗੀ ਨੂੰ ਬਦਲੇ। SGPC ਦੇ ਮੈਂਬਰਾਂ ਨੂੰ ਕਿਉਂ ਨਹੀਂ ਕਹਿੰਦਾ ਵੀ ਤੁਸੀਂ ਨਸ਼ੇ ਛੱਡੋ? ਦਲਿਤ ਲੋਕ ਹੈ, ਉਹਨਾਂ ਨੂੰ ਸਿੱਖ ਪੰਥ 'ਚੋਂ ਜਿਹੜਾ ਪਛਾੜਿਆ ਜਾ ਰਿਹਾ ਉਹਦੀ ਤੇ ਉਹ ਗੱਲ ਹੀ ਨਹੀਂ ਕਰਦਾ। ਉਹ ਜਿਹੜੇ ਸਿੱਖਾਂ ਦੇ ਬ੍ਰਾਹਮਣ ਹਨ ਉਹਨਾਂ ਦੇ ਹੱਕ ਦੀ ਗੱਲ ਕਰ। ਜਿਨ੍ਹਾਂ ਦੇ ਗੋਡੇ, ਸਰੀਰ, ਲੱਤਾਂ ਕੰਮ ਨਹੀਂ ਕਰਦੀਆਂ ਉਹਨਾਂ ਨੂੰ ਖਾਰਜ ਕਰਕੇ ਘਰੇ ਨਹੀਂ ਬਿਠਾਉਣਾ ਚਾਹੀਦਾ। ਸ਼ਬਦ ਕੀਰਤਨ ਤੇ ਗੁਰਦੁਆਰੇ 'ਚ ਹੀ ਹੁੰਦਾ ਹੈ। ਗੁਰੂ ਸਾਹਿਬ ਨੇ ਸੰਗਤ ਕਰਨ ਨੂੰ ਕਿਹਾ। ਜਿਹੜੇ ਬਿਮਾਰ ਬੰਦੇ ਨੇ ਉਹ ਕਿਵੇਂ ਸੰਗਤ ਕਰਨਗੇ ਗੁਰੂ ਘਰ ਦੀ? ਮੈਨੂੰ ਇਹ ਦੱਸੋ। ਉਹ ਲੰਗਰ 'ਚ ਕਿਵੇਂ, ਪੰਗਤ 'ਚ ਕਿਵੇਂ ਬੈਠਣਗੇ? ਉਹ ਤਾਂ ਬੈਠ ਹੀ ਨਹੀਂ ਸਕਦੇ। ਬੈਠ ਜਾਣ ਤੇ ਉੱਠ ਨਹੀਂ ਸਕਦੇ। ਤਾਂ ਬੈਠ ਹੀ ਨਹੀਂ ਸਕਦੇ, ਫਿਰ ਉਹ ਗੁਰਦੁਆਰੇ ਨਹੀਂ ਆਉਣਗੇ। ਪੰਜਾਬ ਦੇ ਕਈ ਮੁੱਦਿਆਂ ਤੇ ਬਹਿਸ ਚੱਲ ਰਹੀ ਹੈ, ਚਰਚਾ ਚੱਲ ਰਹੀ ਹੈ ਕਿ ਸਹੀ ਕੀ ਹੈ ਤੇ ਗਲਤ ਕੀ ਹੈ। ਸਿਆਸੀ ਮੁੱਦੇ ਵੀ ਨੇ, ਧਾਰਮਿਕ ਮੁੱਦੇ ਵੀ ਨੇ। ਔਰ ਧਾਰਮਿਕ ਮੁੱਦਿਆਂ ਦੀ ਜਦੋਂ ਗੱਲ ਤੁਰਦੀ ਹੈ ਤੇ ਅੱਜ ਕੱਲ੍ਹ ਪੰਜਾਬ ਦੇ ਵਿੱਚ ਇੱਕ ਨਾਮ ਬੜਾ ਪ੍ਰਚਲਿਤ ਹੈ, ਉੱਭਰਿਆ ਬੜੇ ਥੋੜ੍ਹੇ ਸਮੇਂ ਵਿੱਚ, ਅੰਮ੍ਰਿਤਪਾਲ ਸਿੰਘ। ਅੰਮ੍ਰਿਤਪਾਲ ਸਿੰਘ ਦੇ ਤਾਜ਼ਾ ਦਿੱਤੇ ਬਿਆਨ ਤੋਂ ਬਾਅਦ ਫਿਰ ਚਰਚਾ ਚੱਲੀ ਹੈ। ਕੁਝ ਉਹ ਧਿਰ ਬਣ ਗਈ ਹੈ ਜਿਹੜੇ ਕਹਿੰਦੇ ਕਿ ਗਲਤ ਹੋ ਰਿਹਾ, ਕੁਝ ਉਹ ਕਹਿੰਦੇ ਨੇ ਕਿ ਬਿਲਕੁਲ ਠੀਕ ਹੈ, ਇਸੇ ਤਰ੍ਹਾਂ ਹੋਣਾ ਚਾਹੀਦਾ। ਅੰਮ੍ਰਿਤਪਾਲ ਸਿੰਘ ਨੇ ਬਿਆਨ ਦਿੱਤਾ ਕਿ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਕੋਈ ਤਖਤ ਬਰਾਬਰ ਨਹੀਂ ਹੋਣਾ ਚਾਹੀਦਾ, ਨਾ ਸੋਫਾ ਨਾ ਕੁਰਸੀ ਦੇਖਣੀ ਚਾਹੀਦੀ ਹੈ, ਬਾਹਰ ਸੁੱਟੋ ਤੇ ਅੱਗ ਲਾ ਦਿਓ। ਉਸ ਤੋਂ ਬਾਅਦ ਕਈ ਤਸਵੀਰਾਂ ਐਸੀਆਂ ਆਈਆਂ ਜਿਨ੍ਹਾਂ ਨੇ ਪਰੇਸ਼ਾਨ ਵੀ ਕੀਤਾ। ਪਰ ਹੁਣ ਅਸੀਂ ਇਸੇ ਮਸਲੇ ਤੇ ਗੱਲ ਕਰਾਂਗੇ ਕਿ ਆਖਰਕਾਰ ਸਹੀ ਕੀ ਹੈ ਤੇ ਗਲਤ ਕੀ ਹੈ ਔਰ ਸਾਡੀ ਮਰਿਆਦਾ ਕੀ ਕਹਿੰਦੀ ਹੈ। ਗੁਰਬਾਣੀ ਦੇ ਸੰਦੇਸ਼ ਦੇ ਅਨੁਸਾਰ ਜੇ ਜ਼ਿੰਦਗੀ 'ਚ ਵਿਚਰਨਾ ਹੈ ਤਾਂ ਕੀ ਉਸੇ ਰਾਹ 'ਤੇ ਚੱਲ ਰਿਹਾ ਅੰਮ੍ਰਿਤਪਾਲ, ਜਾਂ ਫਿਰ ਇੱਕ ਹੋਰ ਸੰਸਥਾ ਖੜੀ ਕਰ ਦਿੱਤੀ ਗਈ ਹੈ? ਇਸ 'ਤੇ ਗੱਲ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ, ਅੰਮ੍ਰਿਤ ਪ੍ਰਸਾਰ ਦੇ ਸੰਸਥਾਪਕ ਚੰਚਲ ਮਨੋਹਰ ਸਿੰਘ ਜੀ ਨੇ। ਲੰਮਾ ਸਮਾਂ ਪੱਤਰਕਾਰੀ ਕੀਤੀ ਹੈ, ਤਜਰਬਾ ਹੈ। ਖਾਲਸਾ ਦੇ ਬਾਰੇ ਜਿੰਨੀਆਂ ਗੱਲਾਂ ਨੇ ਔਰ ਸਿਆਸੀ ਗੱਲਾਂ ਸਾਰਿਆਂ 'ਤੇ ਟਿੱਪਣੀ ਬੇਬਾਕੀ ਨਾਲ ਕਰਦੇ ਨੇ। ਸਰ, ਸਭ ਤੋਂ ਪਹਿਲਾਂ ਸਵਾਲ ਇਹੀ, ਜੋ ਤਾਜ਼ਾ ਬਿਆਨ ਅੰਮ੍ਰਿਤਪਾਲ ਸਿੰਘ ਦਾ ਤੇ ਉਸ ਤੋਂ ਬਾਅਦ ਹੋ ਰਹੀਆਂ ਗਤੀਵਿਧੀਆਂ ਔਰ ਆ ਰਹੀਆਂ ਤਸਵੀਰਾਂ ਸਾਹਮਣੇ, ਇਹ ਕਿੰਨੀਆਂ ਕੁ ਜਾਇਜ਼ ਨੇ ਜਾਂ ਇਹ ਸਾਰੀਆਂ ਵਾਜਬ ਨਹੀਂ ਜਾਪਦੀਆਂ? ਦੇਖੋ,
ਇੱਕ ਗੱਲ ਬੜੀ ਸਪਸ਼ਟ ਹੈ, ਗੁਰੂ ਮਹਾਰਾਜ ਨੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਕਿਸੇ ਨੇ ਵੀ ਨਿਹੱਥੇ ਬੰਦੇ ਨਾਲ ਜ਼ਬਰਦਸਤੀ ਕਰਨ ਦਾ ਕਿਸੇ ਕਿਸਮ ਦਾ ਆਦੇਸ਼ ਨਹੀਂ ਦਿੱਤਾ। ਤੁਸੀਂ ਸਭ ਜਾਣਦੇ ਹੋ, ਦਰਸ਼ਕ ਵੀ ਜਾਣਦੇ ਨੇ, ਸਿੰਘ ਸੰਗਤਾਂ ਵੀ ਜਾਣਦੀਆਂ ਕਿ ਭਾਈ ਕਨ੍ਹਈਆ ਜੀ ਦੁਸ਼ਮਣ ਦੀ ਫੌਜ ਦੇ ਵਿੱਚ ਜ਼ਖਮੀ ਹੋਏ ਨਿਹੱਥੇ ਸਿਪਾਹੀਆਂ ਨੂੰ ਵੀ, ਮੁਗਲਾਂ ਦੇ ਸਿਪਾਹੀਆਂ ਨੂੰ ਵੀ ਪਾਣੀ ਪਾਈ ਜਾ ਰਹੀ ਸੀ, ਮਲਮ ਪੱਟੀ ਕਰੀ। ਇਹ ਸਾਡੀ ਵਿਰਾਸਤ ਹੈ। ਸਾਨੂੰ ਹੁਣ ਦੇਖਣਾ ਇਹ ਹੈ ਕਿ ਇਸ ਵਿਰਾਸਤ ਨੂੰ ਅਸੀਂ ਕਿਵੇਂ ਅਜੋਕਾ ਜਿਹੜਾ ਸੁਸਾਇਟੀ ਹੈ, ਜਿਹਦੇ ਵਿੱਚ ਟੈਕਨੋਲੋਜੀ ਆ ਗਈ ਹੈ, ਪੜ੍ਹਾਈ ਆ ਗਈ, ਲਿਖਾਈ ਆ ਗਈ, ਪਿੰਡਾਂ 'ਚ ਲੋਕ ਸ਼ਹਿਰਾਂ 'ਚ ਆ ਗਏ, ਉਹਦੇ ਵਿੱਚ ਕਿਵੇਂ ਵਿਚਰਨਾ ਅਤੇ ਕਿਵੇਂ ਇਸ ਨੂੰ ਸਮਝਣਾ ਹੈ ਕਿ ਸਿੱਖ ਧਰਮ ਜਿਹੜਾ ਉਹ ਇੱਕ ਸਮੁੱਚੀ ਜਿਹੜੀ ਸੰਗਤ ਹੈ, ਸਿੱਖ ਸੰਗਤ ਅਤੇ ਕੌਮਾਂਤਰੀ ਪੱਧਰ 'ਤੇ ਜੋ ਦੁਨੀਆ ਉਹਦੇ ਨਾਲ ਤਾਲਮੇਲ ਕਰਕੇ ਤੁਰੇ। ਹੁਣ ਸਮੱਸਿਆ ਇਹ ਹੈ ਕਿ ਲੋਕਾਂ ਦੀਆਂ ਉਮਰਾਂ ਵੱਡੀਆਂ ਹੋ ਗਈਆਂ। ਪਹਿਲੇ ਪੁਰਾਣੇ ਸਮਿਆਂ 'ਚ ਜੋ ਐਵਰੇਜ ਏਜ ਸੀਗੀ 40 ਤੋਂ 50 ਸਾਲ ਸੀਗੀ, ਹੁਣ ਐਵਰੇਜ ਏਜ ਜਿਹੜੀ ਹੈ ਉਹ 65 ਸਾਲ ਤੱਕ ਚਲੀ ਗਈ ਹੈ। ਲੋਕ 90 ਸਾਲ ਤੱਕ ਜੀਂਦੇ ਨੇ, 95 ਤੱਕ ਜੀਂਦੇ ਨੇ। ਅਤੇ ਸਿੱਖਾਂ ਦੇ ਘਰਾਂ ਦੇ, ਗੁਰੂ ਘਰ ਦੇ ਸ਼ਰਧਾਲੂਆਂ ਦੀ ਵੀ ਉਮਰ ਸਮੇਂ ਮੁਤਾਬਕ ਵੱਧ ਗਈ ਹੈ। ਉਹਦੇ ਕਾਰਨ ਵੀ ਇਹ ਹੈ ਕਿ ਦਵਾਈਆਂ, ਮੈਡੀਕਲ ਹੈਲਥ ਜੀ, ਲੋਕਾਂ ਨੂੰ ਸਮਝ ਆ ਗਈ ਹੈ, ਲੋਕ ਫਟਾਫਟ ਆਪਣਾ ਖਾਣ ਪੀਣ ਦਾ ਸਟਾਈਲ ਬਦਲ ਦਿੰਦੇ। ਹੁਣ ਤੁਸੀਂ ਕੀ ਕਰੋਗੇ? ਜਿਹੜੇ ਵਡੇਰੀ ਉਮਰ ਦੇ ਬੰਦੇ ਜਿਨ੍ਹਾਂ ਦੀ ਸ਼ਰਧਾ ਹੈ ਪਿਛਲੇ ਜਨਮ ਤੋਂ, ਯਾਨੀ ਕਿ ਮਾਂ ਪਿਓ ਤੋਂ ਵਿਰਸੇ 'ਚ ਉਹਨਾਂ ਨੂੰ ਸਿੱਖੀ ਦਾ ਜਿਹੜਾ ਮਿਲਿਆ, ਕੁੜਤੀ ਮਿਲੀ ਹੈ, ਔਰ ਉਹ ਪਾਠ ਵੀ ਸੁਣਦੇ ਨੇ, ਸ਼ਬਦ ਕੀਰਤਨ ਵੀ ਸੁਣਦੇ ਨੇ, ਔਰ ਗੁਰੂ ਘਰ ਨਾਲ ਪੂਰੀ ਸ਼ਰਧਾ ਨਾਲ ਜੁੜੇ ਹੋਏ ਨੇ। ਔਰ ਉਹਨਾਂ ਨੂੰ ਹੁਣ ਤੁਸੀਂ ਜਦੋਂ ਉਹ ਆਪਣੀ ਓਲਡ ਏਜ ਵਿੱਚ ਆ ਗਏ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਸੀਨੀਅਰ ਸਿਟੀਜ਼ਨ ਬਣ ਗਏ, ਅਤੇ ਉਹਨਾਂ ਦੇ ਗੋਡੇ ਜਾਂ ਸਰੀਰ ਇਸ ਤਰ੍ਹਾਂ ਕੰਮ ਨਹੀਂ ਕਰਦੇ ਜਿਸ ਤਰ੍ਹਾਂ ਨੌਜਵਾਨਾਂ ਦੇ ਕਰਦੇ ਨੇ। ਅਤੇ ਉਹਨਾਂ ਨੂੰ ਹੁਣ ਕੀ ਅਸੀਂ ਗੁਰਦੁਆਰੇ ਆਉਣ ਤੋਂ ਵਰਜਿਤ ਕਰ ਦਿਆਂਗੇ? ਜਦੋਂ ਜ਼ਮੀਨ 'ਤੇ ਬੈਠ ਵੀ ਨਹੀਂ ਸਕਦੇ, ਫਿਰ ਉੱਠ ਨਹੀਂ ਸਕਦੇ। ਅਤੇ ਇਹ ਜਿਹੜਾ ਕਾਰਜ ਰਚਾਇਆ ਹੈ ਅੰਮ੍ਰਿਤਪਾਲ ਸਿੰਘ ਨੇ, ਇਹ ਕੋਈ ਦਲੀਲ ਪੂਰਵਕ ਕਾਰਜ ਨਹੀਂ ਹੈਗਾ, ਕਿਉਂਕਿ ਤੁਸੀਂ 4 ਮਹੀਨੇ ਪਹਿਲੇ ਤੇ ਤੁਸੀਂ ਪਗੜੀ ਬੰਨੀ ਹੈ, ਅਤੇ 6-7 ਮਹੀਨੇ ਪਹਿਲੇ ਤੁਸੀਂ ਵਾਲ ਰੱਖੇ ਨੇ। ਉਸ ਤੋਂ ਪਹਿਲੇ ਤੁਸੀਂ ਮੋਨੇ ਸੀ, ਵਾਲ ਕੱਟਦੇ ਸੀ, ਉਸਤਰੇ ਵਰਤਦੇ ਸੀ, ਕੈਂਚੀ ਵਰਤਦੇ ਸੀ, ਨਾਈ ਦੀ ਦੁਕਾਨ 'ਤੇ ਜਾਂਦੇ ਸੀ। ਇਹ ਤੁਹਾਡਾ ਪਿਛੋਕੜ ਹੈ। ਪਰ ਜਿਹੜੇ ਲੋਕ ਗੁਰਦੁਆਰੇ ਵਿੱਚ ਆ ਰਹੇ ਨੇ, ਉਹਨਾਂ ਦਾ ਇਹ ਪਿਛੋਕੜ ਨਹੀਂ ਹੈ। ਉਹਨਾਂ ਦਾ ਪਿਛੋਕੜ ਇਹ ਹੈ ਕਿ ਉਹ ਧਾਰਮਿਕ ਹੈਗੇ, ਗੁਰੂ ਘਰ ਨਾਲ ਜੁੜੇ ਹੋਏ ਹੈ, ਬਿਰਧ ਔਰਤਾਂ, ਬੁੱਢੀਆਂ ਔਰਤਾਂ, ਸੀਨੀਅਰ ਸਿਟੀਜ਼ਨ ਉਹਨਾਂ ਨੂੰ ਕਹਿੰਦੇ ਹਾਂ ਅਸੀਂ। ਉਹਨਾਂ ਨੇ ਵਾਲ ਨਾ ਪਹਿਲੇ ਕੱਟੇ ਸੀ, ਨਾ ਹੁਣ ਉਹਨਾਂ ਨੇ ਰੱਖੇ ਨੇ ਕਿ ਮੈਂ ਜਾ ਕੇ ਸਿੱਖ ਕੌਮ ਦਾ ਲੀਡਰ ਬਣਨਾ। ਉਹ ਗੁਰਦੁਆਰੇ ਇਸ ਲਈ ਨਹੀਂ ਜਾਂਦੀਆਂ। ਸੋ ਇਹ ਜਿਹੜੀ ਚੈਲੰਜ ਹੈ, ਉਹ 2 ਚੀਜ਼ਾਂ ਨੂੰ ਚੈਲੰਜ ਕਰ ਰਿਹਾ ਅੰਮ੍ਰਿਤਪਾਲ ਸਿੰਘ। ਇੱਕ ਤਾਂ ਚੈਲੰਜ ਕਰ ਰਿਹਾ ਹੈ ਤਖਤ ਸ੍ਰੀ ਅਕਾਲ ਤਖਤ ਸਾਹਿਬ ਨੂੰ, ਦੂਜਾ ਉਹ ਚੈਲੰਜ ਕਰ ਰਿਹਾ ਹੈ SGPC, ਜਿਹੜੀ ਸਿੱਖਾਂ ਦੀ ਇੱਕ ਸਥਾਪਿਤ ਬੋਡੀ ਹੈ, ਆਰਗੇਨਾਈਜੇਸ਼ਨ ਹੈ, ਜਿਹੜੀ ਕਿ ਸਿੱਖ ਕੌਮ ਬਾਰੇ ਬਹੁਤੇ ਫੈਸਲੇ, ਉਹਨੂੰ ਚੈਲੰਜ ਕਰ ਰਿਹਾ। ਪਰ ਜਿਹੜਾ ਤੁਸੀਂ ਕਿਹਾ ਕਿ 2 ਸੰਸਥਾਵਾਂ ਨੂੰ ਚੈਲੰਜ ਹੋ ਰਿਹਾ ਹੈ, ਸ੍ਰੀ ਅਕਾਲ ਤਖਤ ਸਾਹਿਬ ਤੋਂ ਤਾਂ ਖਾਲਸਾ ਵਹੀਰ ਦੀ ਸ਼ੁਰੂਆਤ ਕੀਤੀ, ਔਰ ਉਹ ਸਿੰਬੋਲਿਕ ਤੌਰ 'ਤੇ ਵੀ ਦੱਸਿਆ ਗਿਆ ਕਿ ਇੱਥੇ ਅੰਮ੍ਰਿਤ ਛਕੋ ਆ ਕੇ, ਉੱਥੇ ਛਕਾਇਆ ਵੀ ਗਿਆ। ਅੰਮ੍ਰਿਤਪਾਲ ਸਿੰਘ ਨੇ ਕਿਹਾ ਵੀ। ਦੇਖੋ ਇਵੇਂ ਹੈ, ਫਰਜ਼ ਕਰੋ ਤੁਸੀਂ ਵਪਾਰ ਸ਼ੁਰੂ ਕੀਤਾ, ਤੁਸੀਂ ਪਹਿਲੇ ਦਰਬਾਰ ਸਾਹਿਬ ਜਾ ਕੇ ਮੱਥਾ ਟੇਕਿਆ, ਦਰਬਾਰ ਸਾਹਿਬ ਤੋਂ ਬਾਹਰ ਆ ਕੇ ਤੁਸੀਂ ਗਏ ਉੱਪਰ ਅਕਾਲ ਤਖਤ ਸਾਹਿਬ 'ਤੇ ਵੀ ਤੁਸੀਂ ਮੱਥਾ ਟੇਕਿਆ, ਆਸ਼ੀਰਵਾਦ ਲਿਆ। ਤੁਸੀਂ ਸ਼ੁਰੂ ਚੈਨਲ ਕੀਤਾ, ਪਰ ਤੁਹਾਡੀ ਸ਼ਰਧਾ ਹੈ, ਤੁਹਾਡਾ ਵਿਸ਼ਵਾਸ ਹੈ, ਤੁਸੀਂ ਉੱਥੋਂ ਜਿਹੜਾ ਅਸੀਸ ਲਈ ਹੈ। ਪਰ ਜਦੋਂ ਤੁਸੀਂ ਉੱਥੇ ਅਰਦਾਸ ਕਰ ਰਹੇ ਸੀ
ਉੱਥੇ ਕੋਈ ਅਕਾਲ ਤਖਤ ਸਾਹਿਬ ਨੇ ਤੇ ਦਰਬਾਰ ਸਾਹਿਬ ਨੇ ਤੁਹਾਨੂੰ ਇਹ ਨਹੀਂ ਦੱਸਿਆ ਵੀ ਤੁਸੀਂ ਕਿੱਦਾਂ ਦੇ ਪ੍ਰੋਗਰਾਮ ਕਰਨੇ ਨੇ। ਉਹ ਤੇ ਤੁਸੀਂ ਅਸੀਸ ਲਈ ਤੇ ਉਹਨਾਂ ਨੇ ਗੁਰੂ ਮਹਾਰਾਜ ਨੇ, ਤੁਸੀਂ ਅਰਦਾਸ ਕੀਤੀ, ਤੁਸੀਂ ਪ੍ਰਸ਼ਾਦ ਚੜਾਇਆ, ਤੁਸੀਂ ਮੱਥਾ ਟੇਕਿਆ, ਗੁਰੂ ਸਾਹਿਬ ਨੂੰ ਕਿਹਾ ਵੀ ਸਾਡੇ ਤੇ ਤੁਸੀਂ ਮਿਹਰ ਕਰੋ। ਅਸੀਂ ਇਹ ਆਪਣਾ ਚੈਨਲ ਸ਼ੁਰੂ ਕੀਤਾ ABC ਪੰਜਾਬ, ਸਾਨੂੰ ਇਹਦੇ 'ਚ ਕਾਮਯਾਬੀਆਂ ਮਿਲਣ। ਤੁਸੀਂ ਗੁਰੂ ਸਾਹਿਬ ਨੂੰ ਇਹ ਥੋੜ੍ਹੀ ਦੱਸਿਆ ਕਿ ਤੁਸੀਂ ਕਿਹਦੀਆਂ ਇੰਟਰਵਿਊਆਂ ਕਰਨੀਆਂ, ਕਿਹਦੇ ਹੱਕ 'ਚ ਲਿਖਣਾ, ਕਿਹਦੇ ਹੱਕ 'ਚ ਬੋਲਣਾ। ਉਹਨੇ ਉੱਥੋਂ ਜਿਹੜੀ ਖਾਲਸਾ ਵਹੀਰ ਸ਼ੁਰੂ ਕੀਤੀ ਹੈ, ਉੱਥੇ ਅਕਾਲ ਤਖਤ ਤੇ ਉਹਨੇ ਥੋੜ੍ਹੀ ਅਰਦਾਸ ਕੀਤੀ ਹੈ ਵੀ ਮੈਂ ਹੁਣ ਗੁਰਦੁਆਰੇ 'ਚੋਂ ਕੁਰਸੀਆਂ, ਮੇਜ਼, ਸੋਫੇ ਸਭ ਬਾਹਰ ਸੁੱਟ ਦੇਣੇ ਅਤੇ ਮੇਰੇ ਨਾਲ ਜਿਹੜੇ ਲੋਕ ਮੇਰੇ ਸ਼ਰਧਾਲੂ ਬਣ ਗਏ, ਮੇਰੇ ਚੇਲੇ ਬਣ ਗਏ, ਜਿਨ੍ਹਾਂ ਕੋਲ ਬਰਸ਼ੇ, ਉਹ ਇਹਨਾਂ ਨੂੰ ਪਾੜ ਪਾੜ ਕੇ ਬਾਹਰ ਸਿੱਟਣਗੇ। ਇਹ ਅਰਦਾਸ ਉੱਥੇ ਉਹਨਾਂ ਨੇ ਕੀਤੀ ਹੈ ਅਕਾਲ ਤਖਤ ਸਾਹਿਬ ਤੇ। ਜੇ ਨਹੀਂ ਕੀਤੀ ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਉੱਥੋਂ ਤੁਰੇ। ਉੱਥੋਂ ਕੋਈ ਵੀ ਅਰਦਾਸ ਕਰਕੇ ਤੁਰ ਸਕਦਾ। ਅੰਮ੍ਰਿਤਪਾਲ ਸਿੰਘ ਨੇ ਕੋਈ ਨਵੀਂ ਗੱਲ ਥੋੜ੍ਹੀ ਕੀਤੀ ਹੈ। ਤੇ ਅੰਮ੍ਰਿਤਪਾਲ ਸਿੰਘ ਦੀਆਂ ਇਹ ਗੱਲਾਂ ਫਿਰ ਜਿਵੇਂ ਨੌਜਵਾਨ ਪਿੱਛੇ ਲੱਗ ਕੇ ਕੁਰਸੀਆਂ ਮੇਜ਼ ਬਾਹਰ ਸੁੱਟੀ ਜਾਂਦੇ ਆ, ਤਸਵੀਰਾਂ ਆ ਰਹੀਆਂ, ਪਾੜੀ ਜਾਂਦੇ ਆ ਬਰਸ਼ਿਆਂ ਦੇ ਨਾਲ, ਤੁਸੀਂ ਕਹਿੰਦੇ ਹੋ ਕਿ ਠੀਕ ਨਹੀਂ ਹੈ ਦਲੀਲ ਦੇ ਤੌਰ ਤੇ ਦੇਖਿਆ ਜਾਵੇ। ਪਰ ਅੰਮ੍ਰਿਤਪਾਲ ਸਿੰਘ ਨੇ ਬਿਆਨ ਦਿੰਦੇ ਇਹ ਵੀ ਕਿਹਾ, ਕਹਿੰਦੇ ਕਿ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਇਹ ਚੀਜ਼ਾਂ ਕੋਈ ਤਖਤ ਸਾਹਮਣੇ ਸਾਨੂੰ ਨਹੀਂ ਚਾਹੀਦੀ। ਇਹਦਾ ਫੈਸਲਾ ਅੰਮ੍ਰਿਤਪਾਲ ਸਿੰਘ ਨਹੀਂ ਲੈ ਸਕਦਾ। ਇਹਦਾ ਫੈਸਲਾ ਹਰ ਗੁਰਦੁਆਰੇ ਨੇ, ਉਹਦੇ ਵਿੱਚ ਜਿਹੜੀ ਉੱਥੇ ਸੰਗਤ ਆਉਂਦੀ ਹੈ, ਉਸ ਸੰਗਤ ਦੀ ਭਾਵਨਾ ਤੇ ਸ਼ਰਧਾ ਨੂੰ ਮੱਦੇ ਨਜ਼ਰ ਰੱਖਣ ਹੋਏ ਅਸੀਂ ਇਹ ਦੇਖਣਾ ਕਿ ਜਿਹੜੇ ਪਿਛਲੇ 40, 50, 60 ਸਾਲ ਤੋਂ ਗੁਰਦੁਆਰੇ ਆ ਰਹੇ ਨੇ, ਉਹ ਹੁਣ ਬਿਰਧ ਅਵਸਥਾ ਵੱਲ ਚੱਲ ਰਿਹਾ ਉਹਨਾਂ ਦਾ ਸਰੀਰ, ਤੇ ਉਹ ਗੁਰੂ ਮਹਾਰਾਜ ਕੋਲ ਆ ਕੇ ਰੋਜ਼ ਆਪਣੀ ਸਿਹਤਮੰਦੀ ਲਈ ਅਰਦਾਸ ਕਰਨਾ ਚਾਹੁੰਦੇ ਨੇ। ਤੇ ਉਹਨਾਂ ਨੂੰ ਆਪਾਂ ਇਸ ਤੋਂ ਵਾਂਝਿਆਂ ਕਰ ਦਿਆਂਗੇ ਵੀ ਨਹੀਂ ਬੈਠ ਸਕਦੇ। ਤੇ ਫਿਰ ਜੇ ਉਹ ਬੈਠ ਜਾਣਗੇ ਸੋਫੇ 'ਤੇ, ਉਹ ਲੱਗੀਆਂ ਹੋਈਆਂ ਕੁਰਸੀਆਂ ਜਾਂ ਬੈਂਚ ਲੱਗੇ, ਜੇ ਉੱਥੇ ਬੈਠ ਜਾਣਗੇ, ਜੇ ਉੱਥੇ ਬੈਠ ਕੇ ਲੰਗਰ ਖਾ ਲੈਣਗੇ, ਤੇ ਫਿਰ ਉਹਦੇ ਨਾਲ ਗੁਰੂ ਮਹਾਰਾਜ ਦੀ ਬੇਅਦਬੀ ਦਾ ਕਿੱਥੇ ਹੈਗਾ ਨਾ ਇਹ ਸਥਾਨ। ਇਹ ਤੇ ਅੰਮ੍ਰਿਤਪਾਲ ਸਿੰਘ ਦੀ ਸੋਚ ਹੈ। ਇਹ ਸੁਣੋ, ਇਹ ਅਕਾਲ ਤਖਤ ਦੀ ਵੀ ਸੋਚ ਨਹੀਂ, ਇਹ SGPC ਜਿਹਦੇ ਵਿੱਚ ਸਿੱਖ ਇਲੈਕਟਿਡ ਮੈਂਬਰ ਹਨ, ਇਹ ਉਹਨਾਂ ਦੀ ਵੀ ਸੋਚ ਨਹੀਂ। SGPC ਦੇ ਜਿਹੜੇ ਹੈੱਡ ਗ੍ਰੰਥੀ ਹੈ ਅਕਾਲ ਤਖਤ ਸਾਹਿਬ ਦੇ, ਦਰਬਾਰ ਸਾਹਿਬ ਦੇ, ਅਤੇ ਹੋਰ ਜਿਹੜੇ ਉੱਥੋਂ ਦੇ ਗ੍ਰੰਥੀ ਹੈ, ਉਹ ਵੀ SGPC ਵਿੱਚ ਨਾਮੀਨੇਟਿਡ ਐਕਸ ਆਫਸੀਓ ਉਹਨਾਂ ਦੀ ਕੁਰਸੀ ਕਰਕੇ ਉਹ ਮੈਂਬਰ ਹੈ। ਕੀ ਇਹ ਜਿਹੜੀ ਸੋਚ ਦੇ ਰਿਹਾ ਹੈ, ਇਹਦੀ ਸੋਚ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਗੁਰੂ ਘਰ ਦੀ ਸੇਵਾ ਕਰ ਰਹੇ ਨੇ, ਪਿਛਲੇ ਕੋਈ 50 ਸਾਲ ਤੋਂ ਕਰ ਰਿਹਾ, ਕੋਈ 30 ਸਾਲ ਤੋਂ ਕਰ ਰਿਹਾ, ਉਹ ਕੀ ਗੱਲ ਉਹਨਾਂ ਨੂੰ ਇਸ ਚੀਜ਼ ਦੀ ਸਮਝ ਨਹੀਂ ਕਿ ਅੰਮ੍ਰਿਤਪਾਲ ਸਿੰਘ ਹੁਣ ਦੱਸੇਗਾ ਗੁਰਦੁਆਰੇ ਕਿਵੇਂ ਚਲਾਣੇ ਨੇ, ਗੁਰਦੁਆਰੇ 'ਚ ਕੌਣ ਬੈਠੇਗਾ, ਕਿੱਥੇ ਬੈਠੇਗਾ, ਕੱਲ੍ਹ ਨਿਸ਼ਚਿਤ ਕਰ ਦੇਗਾ ਥਾਂ। ਜੇ ਅੰਮ੍ਰਿਤਪਾਲ ਸਿੰਘ ਦੇ ਫੈਸਲੇ ਇੰਨੀ ਗਲਤ ਹੈ ਤੇ ਫਿਰ SGPC ਦੇ ਨੁਮਾਇੰਦੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ 'ਤੇ ਬੋਲਦੇ ਕਿਉਂ ਨਹੀਂ? ਬੋਲੇ ਨਹੀਂ ਹਾਲ ਤੱਕ। ਦੇਖੋ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਬੋਲਣਾ ਪਏਗਾ ਤੇ SGPC ਦੇ ਪ੍ਰਧਾਨ ਨੂੰ ਵੀ ਬੋਲਣਾ ਪਏਗਾ। ਉਹ ਇਸ ਲਈ ਨਹੀਂ ਬੋਲ ਰਹੇ ਕਿਉਂਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਮੁੱਦੇ 'ਤੇ ਹਲੇ ਕੋਈ ਆਦੇਸ਼ ਨਹੀਂ ਆਇਆ। ਉਹ ਮਜਬੂਰੀ ਕੀ ਹੋ ਸਕਦੀ ਹੈ ਸੁਖਬੀਰ ਬਾਦਲ? ਮਜਬੂਰੀ ਤਾਂ ਇਹ ਹੈ ਵੀ ਉਹ ਇਹਨਾਂ ਨਾਲ ਬਿਲਕੁਲ ਕਿਨਾਰਾ ਕਰਕੇ ਰਹਿਣਾ ਚਾਹੁੰਦਾ ਹੈ, ਜਿਵੇਂ ਕਿ ਉਹਦੇ ਫਾਦਰ ਸਾਹਿਬ ਦੀਆਂ, ਪ੍ਰਕਾਸ਼ ਸਿੰਘ ਬਾਦਲ ਦੀਆਂ 2 ਪਾਲਿਸੀਆਂ ਸੀਗੀਆਂ ਵੀ ਜਿਹੜੇ ਮਿਲੀਟੈਂਟ ਹਨ ਉਹਨਾਂ ਨਾਲ ਵੀ ਬਣਾ ਕੇ ਰੱਖੋ ਤੇ ਆਮ ਸੰਗਤ ਨਾਲ ਵੀ ਬਣਾ ਕੇ ਰੱਖੋ। ਇਹ ਦੋਗਲੀ ਪਾਲਿਸੀ ਕਰਕੇ ਜੋ ਪੰਜਾਬ ਦਾ ਹਾਲ ਹੋਇਆ ਤੁਸੀਂ ਦੇਖਿਆ, 15 ਸਾਲ 20 ਸਾਲ ਪੰਜਾਬ ਵਿੱਚ ਕੀ ਸਮਾਂ ਗੁਜ਼ਰਿਆ ਕਿ ਓਪਰੇਸ਼ਨ ਬਲੂ ਸਟਾਰ ਹੋਇਆ, ਉਹਦੇ ਵਿੱਚ ਕਿੰਨੀਆਂ ਔਰਤਾਂ ਮਰ ਗਈਆਂ, ਰੇਪ ਹੋਈਆਂ, ਬੰਦੇ ਮਰ ਗਏ, ਤੇ ਉਸ ਦਾ ਅਸੀਂ ਅੱਜ ਤੱਕ ਲੇਖਾ ਜੋਖਾ ਨਹੀਂ ਕੀਤਾ। ਤੋ ਇਹ ਜਿਹੜੀ ਚੀਜ਼ ਹੈ, ਇਹੀ ਪਾਲਿਸੀ ਇਹ ਲੈ ਰਿਹਾ ਕਿ ਆਪਣਾ ਚੁੱਪ ਰਹੋ, ਇਹਨਾਂ ਨੂੰ ਕਰਨ ਦਿਓ, ਤੇ ਆਪਣਾ ਤੁਸੀਂ ਅਕਾਲੀ ਦਲ, ਕਿਉਂਕਿ ਉਹਨਾਂ ਦਾ ਪਹਿਲੇ ਹੀ ਠੁੱਸ ਹੋਇਆ, ਉਹਨੂੰ ਮੁੜ ਬਹਾਲ ਕਰਨਾ। ਉਹਨਾਂ ਵਿੱਚ ਇੰਨੀ ਸ਼ਕਤੀ ਨਹੀਂ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ
ਕਿ ਉਹ ਇਸ ਨਾਲ ਕਨਫਰੰਟ ਕਰ ਸਕਣ। ਇੱਕ ਅੰਮ੍ਰਿਤਪਾਲ ਸਿੰਘ ਦਾ ਹੋਰ ਬੀਤੇ ਦਿਨਾਂ 'ਚ ਬਿਆਨ ਸੀ, ਤੁਹਾਡੇ ਵੀ ਧਿਆਨ ਵਿੱਚ ਹੋਵੇਗਾ। ਤੁਸੀਂ ਲੰਮਾ ਸਮਾਂ ਉਸ ਗੁਰੂ ਦੀ ਨਗਰੀ ਵਿੱਚ ਵੀ ਪੱਤਰਕਾਰੀ ਕੀਤੀ, ਪੂਰੇ ਪੰਜਾਬ ਦੇ ਵਿੱਚ ਕੀ ਅੰਤਰਰਾਸ਼ਟਰੀ ਪੱਧਰ ਤੱਕ ਲਹਿੰਦੇ ਪੰਜਾਬ ਵਾਲੇ ਪਾਸੇ ਵੀ ਗਏ ਹੋ, ਪੂਰੀ ਦੁਨੀਆ ਤਕਰੀਬਨ ਜਿੱਥੇ ਪੰਜਾਬੀ ਵਸਦੇ ਆ ਘੁੰਮੇ ਹੋ, ਗੱਲਾਂ ਬਾਤਾਂ ਕੀਤੀਆਂ। ਜਦੋਂ ਗਿਆਨ ਦੀ ਗੱਲ ਆਉਂਦੀ ਹੈ, ਪੜ੍ਹਾਈ ਦੀ ਗੱਲ ਆਉਂਦੀ ਹੈ, ਕਹਿੰਦੇ ਪੜ੍ਹਾਈ ਲਿਖਾਈ ਨਾਲ ਨਾ ਦਿਮਾਗ ਖਰਾਬ ਹੋ ਜਾਂਦਾ। ਅੰਮ੍ਰਿਤਪਾਲ ਸਿੰਘ ਨੇ ਇੱਕ ਇਸ਼ਾਰਾ ਕੀਤਾ ਕਿ ਬਹੁਤੀ ਪੜ੍ਹਾਈ ਲਿਖਾਈ ਦੀ ਲੋੜ ਨਹੀਂ ਆ। ਇਹ ਦਲੀਲ ਕਿਵੇਂ ਲੱਗਦੀ ਹੈ ਅੰਮ੍ਰਿਤਪਾਲ ਸਿੰਘ? ਦੇਖੋ, ਇਹ ਜਿਹੜੀ ਸੋਚ ਹੈ ਨਾ, ਬਹੁਤੀ ਪੜ੍ਹਾਈ ਲਿਖਾਈ ਦੀ ਲੋੜ ਨਹੀਂ, ਗੁਰੂ ਸਾਹਿਬ ਦੀ ਇਹ ਸੋਚ ਨਹੀਂ ਹੈਗੀ। ਗੁਰੂ ਸਾਹਿਬ ਨੇ ਕਿਹਾ ਹੈ ਗੁਰਬਾਣੀ 'ਚ ਕਿ ਵੀ ਤੁਹਾਨੂੰ ਇਹ ਦਿੱਤਾ ਜਿਹੜਾ ਦਿਮਾਗ ਪਰਮਾਤਮਾ ਨੇ, ਇਹਨੂੰ ਤੁਸੀਂ ਵਰਤਣਾ, ਅਤੇ ਇਹ ਤਾਂ ਹੀ ਬਿਹਤਰ ਵਰਤਿਆ ਜਾਏਗਾ ਜੇ ਤੁਹਾਡੇ ਕੋਲ ਪੜ੍ਹਾਈ ਲਿਖਾਈ ਹੋਏਗੀ। ਜੇਕਰ ਤੁਹਾਡੇ ਕੋਲ ਪੜ੍ਹਾਈ ਲਿਖਾਈ ਨਹੀਂ ਹੋਏਗੀ ਤੇ ਫਿਰ ਤੁਸੀਂ ਇਹਨੂੰ ਬਿਹਤਰ ਢੰਗ ਨਾਲ ਨਹੀਂ ਵਰਤ ਸਕਦੇ। ਤੋ ਜਿਹੜਾ ਤੁਸੀਂ ਫੈਸਲਾ ਲੈਣਾ ਉਹ ਤੁਸੀਂ ਸੋਚ ਸਮਝ ਕੇ ਲੈਣਾ, ਤੇ ਸੋਚ ਤੇ ਸਮਝ ਦੋ ਚੀਜ਼ਾਂ ਬਣਦੀਆਂ ਪੜ੍ਹਾਈ ਲਿਖਾਈ ਨਾਲ। ਉਹ ਵਿਹਲੇ ਫਿਰਿਆਂ ਜਾਂ ਘਰੇ ਬੈਠਿਆਂ ਜਾਂ ਕਿਤਾਬਾਂ ਵੱਲੋਂ ਪਿੱਠ ਕਰਕੇ ਨਹੀਂ ਬਣਦੀਆਂ। ਇਹ ਤੇ ਪਾਲਿਸੀ ਜਿਹੜੀ ਹੈ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਦੀ ਹੈ ਕਿ ਪਿੰਡਾਂ ਵਿੱਚ ਲੋਕਾਂ ਨੂੰ ਵਿਦਿਆ ਨਾ ਦਿਓ, ਕਿਉਂਕਿ ਜੇ ਵਿਦਿਆ ਨਹੀਂ ਦਿਆਂਗੇ ਤੇ ਜਿਹੜੇ ਵੱਡੇ ਰਜਵਾੜੇ ਨੇ ਉਹਨਾਂ ਨੂੰ ਸਸਤੀ ਲੇਬਰ ਤੇ ਅਨਪੜ੍ਹ ਲੋਕ ਕਿੱਥੋਂ ਮਿਲਣਗੇ, ਜਿਹੜੇ ਜਿੱਥੇ ਕਹਿਣਗੇ ਉੱਥੇ ਵੋਟਾਂ ਪਾ ਦੇਣਗੇ। ਸੋ ਜਿਹੜਾ ਅੰਮ੍ਰਿਤਪਾਲ ਸਿੰਘ ਦਾ ਸਟੈਂਡ ਹੈ ਇਹ ਬਿਲਕੁਲ ਸਿੱਖ ਧਰਮ ਵਿਰੋਧੀ ਹੈ। ਗੁਰੂ ਸਾਹਿਬ ਨੇ ਕਿਹਾ ਵਿਦਿਆ ਵਿਚਾਰੀ ਤਾਂ ਪਰਉ ਕੁਪਾਰੀ, ਨੰਬਰ 1। ਦੂਜਾ, ਸਿੱਖ ਧਰਮ ਦਾ ਜਿਹੜਾ ਬੇਸ ਹੈ, ਸੰਕਲਪ ਹੈ, ਉਹ ਹੈਗਾ ਸ਼ਬਦ। ਸ਼ਬਦ ਦਾ ਮਤਲਬ ਕੀ ਹੈ? ਸ਼ਬਦ ਦਾ ਮਤਲਬ ਤੇ ਤਾਂ ਹੀ ਹੈ ਨਾ ਵੀ ਜੇਕਰ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਤੇ ਉਹਦੀ ਵਿਚਾਰਧਾਰਾ ਨਾਲ ਜੁੜਨਾ ਹੈ ਤੇ ਤੁਹਾਡੇ ਕੋਲ ਸ਼ਬਦ ਸਮਝਣ ਦੀ ਸ਼ਕਤੀ ਹੋਏਗੀ ਤੇ ਸਮਝੋਗੇ ਨਾ। ਜੇ ਤੁਹਾਡੇ ਕੋਲ ਸਮਝ ਹੀ ਨਹੀਂ, ਤੇ ਸਿੱਖ ਧਰਮ ਤੇ ਬਾਕੀ ਧਰਮਾਂ ਵਿੱਚ ਜੋ ਅੰਤਰ ਹੈ ਉਹ ਅੰਤਰ ਹੈ ਕਿ ਅਸੀਂ ਦੇਹਧਾਰੀ ਬੰਦਿਆਂ ਦੀ ਪੂਜਾ ਨਹੀਂ ਕਰਦੇ, ਅਸੀਂ ਮੂਰਤੀ ਪੂਜਾ ਨਹੀਂ ਕਰਦੇ। ਸਾਨੂੰ ਗੁਰੂ ਸਾਹਿਬ ਨੇ ਕਿਹਾ ਤੁਸੀਂ ਸ਼ਬਦ ਨੂੰ ਅਪਣਾਓ, ਤੇ ਸ਼ਬਦਾਂ ਦਾ ਗੁਰੂ ਗ੍ਰੰਥ ਸਾਹਿਬ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਨੂੰ ਸਮਝਣ ਲਈ ਬੁੱਧੀ ਚਾਹੀਦੀ ਹੈ, ਸੋਝੀ ਚਾਹੀਦੀ ਹੈ। ਤੇ ਜੇ ਅੰਮ੍ਰਿਤਪਾਲ ਸਿੰਘ ਇਹ ਕਹਿੰਦਾ ਕਿ ਵੀ ਪੜ੍ਹਾਈ ਲਿਖਾਈ ਦਾ ਕੋਈ ਫਾਇਦਾ ਨਹੀਂ, ਤੇ ਉਹ ਫਿਰ ਜਿਹੜਾ ਹੈ ਸਿੱਖ ਕੌਮ ਦਾ ਹੀ ਵਿਰੋਧੀ ਲੱਗਦਾ। ਤੁਸੀਂ ਆਪਣੀਆਂ ਦਲੀਲਾਂ ਤੇ ਤਜਰਬੇ ਵਿੱਚੋਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਇਹਨਾਂ ਦੋਵਾਂ ਗੱਲਾਂ ਤੇ ਸਟੈਂਡ ਬੜੇ ਗਲਤ ਨੇ ਔਰ ਸਿੱਖ ਵਿਰੋਧੀ ਨੇ, ਸਿੱਖ ਜਿਹੜੇ ਉਹਨੇ ਭਾਈਚਾਰਕ ਔਰ ਵਿਚਾਰਧਾਰਾ ਦੇ ਤੌਰ ਦੇ ਉੱਤੇ ਵੀ ਬਿਲਕੁਲ ਗਲਤ ਨੇ। ਪਰ ਜਿਹੜੇ ਲੋਕ ਸੁਣ ਰਹੇ ਆ ਜਾਂ ਅੰਮ੍ਰਿਤਪਾਲ ਸਿੰਘ ਨੂੰ ਹੁਣ ਪ੍ਰਚਾਰਕ ਬਣ ਗਏ ਜਾਂ ਨਾਲ ਤੁਰ ਰਹੇ ਆ, ਉਹ ਤਾਂ ਤੁਹਾਨੂੰ ਵੀ ਮੰਦਾ ਭਲਾ ਕਹਿਣਗੇ, ਮੈਨੂੰ ਵੀ ਕਹਿਣਗੇ, ਜਿਹੜੇ ਲੋਕ ਦਲੀਲਾਂ ਨਾਲ ਰੱਖਦੇ। ਦੇਖੋ ਇਵੇਂ ਹੈ, ਮੈਨੂੰ ਤੁਸੀਂ ਚੰਗਾ ਕਹੋ, ਮੈਨੂੰ ਤੁਸੀਂ ਮੰਦਾ ਕਹੋ, ਮੈਂ ਜਿਹੜੇ ਵਿਚਾਰ ਦੱਸ ਰਿਹਾ ਉਹ ਵਿਚਾਰ ਮੈਂ ਗੁਰੂਆਂ ਦੇ ਵਿਚਾਰਾਂ ਨੂੰ ਕੋਟ ਕਰਕੇ ਦੱਸ ਰਿਹਾ। ਇਹ ਮੇਰੀ ਨਹੀਂ ਵਿਦਿਆ ਵਿਚਾਰੀ ਤਾਂ ਪਰਉਪਾਰੀ, ਇਹ ਗੁਰਬਾਣੀ ਦੀ ਤੁਕ ਹੈ। ਇਹਦਾ ਕੀ ਅਰਥ ਹੈ, ਇਹਦੀ ਕਿਉਂ ਲੋੜ ਪਈ ਗੁਰੂ ਸਾਹਿਬ ਨੇ? ਦੂਜੀ ਗੱਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਹੁਣ ਤੀਕਨ ਇਹ ਨਹੀਂ ਉਹਨੇ ਕਿਹਾ ਕਿ ਸੁਖਬੀਰ ਬਾਦਲ ਆਪਣੀ ਜ਼ਿੰਦਗੀ ਨੂੰ ਬਦਲੇ। ਕਿਉਂ ਨਹੀਂ ਕਹਿੰਦਾ? SGPC ਦੇ ਮੈਂਬਰਾਂ ਨੂੰ ਕਿਉਂ ਨਹੀਂ ਕਹਿੰਦਾ ਵੀ ਤੁਸੀਂ ਨਸ਼ੇ ਛੱਡੋ, ਤੁਸੀਂ ਜਿਹੜੇ ਖਾਂਦੇ ਹੋ ਅਫੀਮ, ਕਈ ਮੈਂਬਰ ਖਾਂਦੇ ਨੇ, ਉਹ ਛੱਡਣ? ਉਸ ਪਾਸੇ ਉਹ ਕੁਛ ਨਹੀਂ ਕਰਦਾ। ਉਹ ਗਰੀਬ ਬੰਦਿਆਂ ਨੂੰ ਜਿਹੜਾ ਉਹਨਾਂ ਨੂੰ ਤੰਗ ਕਰ ਰਿਹਾ, ਉਹਨਾਂ ਦੇ ਅਗੇਂਸਟ ਕਾਰਵਾਈ ਕਰ ਰਿਹਾ। ਜਿਹੜੇ ਵੱਡੇ ਵੱਡੇ ਧਨਾੜ ਹੈ, ਜਿਹੜੇ ਵੱਡੇ ਵੱਡੇ ਜਗੀਰਦਾਰ ਹੈ, ਉਹਨਾਂ ਪ੍ਰਤੀ ਉਹਦਾ ਕੀ ਵਿਚਾਰ ਹੈ? ਉਹਨਾਂ ਪ੍ਰਤੀ ਉਹਦਾ ਕੀ ਵਿਚਾਰ ਹੈ? ਉਹ ਕਿਉਂ ਨਹੀਂ ਕਰਦਾ? ਪਿੰਡਾਂ 'ਚ ਜਿਹੜੇ ਲੋਕਾਂ ਨੂੰ ਵੱਖਰੀਆਂ ਕਲੋਨੀਆਂ ਬਣਾ ਦਿੱਤੀਆਂ ਗਰੀਬਾਂ ਦੀਆਂ, ਜਿਹੜੇ ਦਲਿਤ ਲੋਕ ਹੈ ਉਹਨਾਂ ਨੂੰ ਸਿੱਖ ਪੰਥ 'ਚੋਂ ਜਿਹੜਾ ਪਛਾੜਿਆ ਜਾ ਰਿਹਾ, ਉਹਦੀ ਤਾਂ ਉਹ ਗੱਲ ਹੀ ਨਹੀਂ ਕਰਦਾ। ਉਹ ਗੱਲਾਂ ਜਿਹੜੀਆਂ ਕਰਦਾ ਉਹ ਕਰਦਾ ਅੰਬੀਰ ਰਜਵਾੜੇ ਜਿਹੜੇ, ਜੇ ਮੈਂ ਇਸ ਨੂੰ ਸਖਤ ਸ਼ਬਦਾਂ ਵਿੱਚ ਵੀ ਕਹਿ ਦਿਆਂ, ਜਿਹੜੇ ਸਿੱਖਾਂ ਦੇ ਬ੍ਰਾਹਮਣ ਹਨ ਉਹਨਾਂ ਦੇ ਹੱਕ ਦੀ ਗੱਲ ਕਰਦਾ। ਇੱਕ ਗੱਲ ਹੋਰ ਹੈ ਕਿ ਜਦੋਂ ਵੀ ਅੰਮ੍ਰਿਤਪਾਲ ਸਿੰਘ ਨੇ ਗੱਲ ਕੀਤੀ ਹੈ,
ਨਾਲ ਗੁਰੂ ਨੂੰ ਧਿਆਨ ਵਿੱਚ ਰੱਖਿਆ। ਕਹਿੰਦੇ ਵੀ ਗੁਰੂ ਸਾਹਿਬ ਨੇ ਸਾਨੂੰ ਜੋ ਸਿਖਾਇਆ ਨਾ, ਸਾਨੂੰ ਗੁਰੂ ਦੀਆਂ ਸਿੱਖਿਆਵਾਂ ਤੋਂ ਚੱਲੇ ਬਿਨਾਂ ਗਤੀ ਨਹੀਂ ਹੈ ਸਾਡੀ। ਔਰ ਉਹ ਫਿਰ ਜੇ ਉਹ ਸਿੱਖਿਆਵਾਂ ਤੋਂ ਚੱਲਣ ਬਿਨਾਂ ਗਤੀ ਨਹੀਂ ਹੈ ਤਾਂ ਫਿਰ ਜਿਹੜੀਆਂ ਇਹ ਗੱਲਾਂ ਹੈ ਕਿ ਇਹ ਗੁਰੂ ਦੇ ਪੰਥ ਤੋਂ ਜਾਂ ਪੱਥ ਤੋਂ ਹਟ ਕੇ ਨੇ। ਮੈਨੂੰ ਇਹ ਗੱਲ ਦੱਸੋ ਵੀ ਜਿਹੜਾ ਸ਼ਰਧਾਲੂ ਗੁਰਦੁਆਰੇ ਵਿੱਚ ਆ ਕੇ ਖੜਾ ਵੀ ਨਹੀਂ ਰਹਿ ਸਕਦਾ ਤੇ ਜ਼ਮੀਨ ਤੇ ਬੈਠ ਵੀ ਨਹੀਂ ਸਕਦਾ ਤੇ ਬੈਠ ਕੇ ਮੁੜ ਕੇ ਉੱਠ ਵੀ ਨਹੀਂ ਸਕਦਾ, ਉਸ ਸ਼ਰਧਾਲੂ ਨੇ ਜੇਕਰ ਕੋਈ ਬੈਂਚ ਜਾਂ ਉੱਚੀ ਸੀਟ ਤੇ ਬਹਿ ਗਿਆ ਤੇ ਉਹਦੇ ਨਾਲ ਗੁਰੂ ਘਰ ਦੀ ਜਿਹੜੀ ਇਹ ਮਰਿਆਦਾ ਕਿਵੇਂ ਭੰਗ ਹੋਗੀ, ਕਿਵੇਂ ਸ਼ਰਧਾ ਹੋਗੀ। ਇੰਨੇ ਸਾਲਾਂ ਤੋਂ ਇਹ ਸਿਸਟਮ ਚੱਲਿਆ ਆ ਰਿਹਾ। ਉਸ ਨੂੰ ਕੌਮ ਵਿੱਚੋਂ ਇਸ ਤਰ੍ਹਾਂ ਬਜ਼ੁਰਗ ਲੋਕਾਂ ਨੂੰ ਜਿਨ੍ਹਾਂ ਦੇ ਗੋਡੇ ਸਰੀਰ ਲੱਤਾਂ ਕੰਮ ਨਹੀਂ ਕਰਦੀਆਂ, ਉਹਨਾਂ ਨੂੰ ਖਾਰਜ ਕਰਕੇ ਘਰੇ ਨਹੀਂ ਬਿਠਾਉਣਾ ਚਾਹੀਦਾ। ਸ਼ਬਦ ਕੀਰਤਨ ਤੇ ਗੁਰਦੁਆਰੇ 'ਚ ਹੀ ਹੁੰਦਾ ਹੈ। ਗੁਰੂ ਸਾਹਿਬ ਨੇ ਸੰਗਤ ਕਰਨ ਨੂੰ ਕਿਹਾ। ਜਿਹੜੇ ਬਿਮਾਰ ਬੰਦੇ ਨੇ ਉਹ ਕਿਵੇਂ ਸੰਗਤ ਕਰਨਗੇ ਗੁਰੂ ਘਰ ਦੀ? ਮੈਨੂੰ ਇਹ ਦੱਸੋ। ਉਹ ਲੰਗਰ 'ਚ ਕਿਵੇਂ, ਪੰਗਤ 'ਚ ਕਿਵੇਂ ਬੈਠਣਗੇ? ਉਹ ਤਾਂ ਬੈਠ ਹੀ ਨਹੀਂ ਸਕਦੇ, ਬੈਠ ਜਾਣ ਤੇ ਉੱਠ ਨਹੀਂ ਸਕਦੇ। ਤੇ ਤੁਸੀਂ ਜਿਹੜੇ ਲੋਕ ਉਮਰ ਵਿਆਹ ਚੁੱਕੇ ਨੇ ਔਰ ਹੁਣ ਉਹਨਾਂ ਦੇ ਸਰੀਰ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਹਨ ਔਰ ਉਹ ਗੁਰੂ ਘਰ ਦੀ ਸੰਗਤ ਤੇ ਪੰਗਤ ਤੋਂ ਰਹਿ ਨਹੀਂ ਸਕਦੇ ਬਿਨਾਂ, ਉਹਨਾਂ ਨੂੰ ਤੁਸੀਂ ਹੁਣ ਕਿਉਂ ਖਾਰਜ ਕਰ ਰਹੇ ਹੋ ਕੌਮ 'ਚੋਂ? ਪਰ ਗੁਰੂ ਅੰਮ੍ਰਿਤਪਾਲ ਸਿੰਘ ਕਹਿੰਦੇ ਕਿ ਗੁਰੂ ਦੇ ਹੁਕਮ ਦੇ ਨਾਲ ਹੀ ਮੈਂ ਕਰ ਰਿਹਾ ਜੋ ਕੁਝ ਕਰ ਰਿਹਾ। ਉਹਨਾਂ ਨੂੰ ਗੁਰੂ ਸਾਹਿਬ ਨੇ ਕਦੋਂ ਹੁਕਮ ਦਿੱਤਾ? ਸਵਾਲ ਇਹ ਹੈ ਵੀ ਉਹ ਆਪ ਹੀ ਕਹਿੰਦੇ ਨੇ ਮੈਨੂੰ ਗੁਰੂ ਸਾਹਿਬ ਨੇ ਕਦੋਂ ਉਹਨਾਂ ਨੂੰ ਹੁਕਮ ਦਿੱਤਾ ਹੈ ਔਰ ਕਿਹੜੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਉਹਨਾਂ ਨੂੰ? ਉਹ ਕੋਈ ਦੱਸਣ। ਗੁਰੂ ਸਾਹਿਬ ਕਿੱਥੇ ਮਿਲੇ ਨੇ ਉਹਨਾਂ ਨੂੰ? ਮਤਲਬ ਐਵੇਂ ਕੋਈ ਵੀ ਬੰਦਾ ਉੱਠ ਕੇ ਕਹਿ ਦੇ ਕਿ ਹੁਣ ਮੈਂ ਖਾਲਸਾ ਦਾ, ਸਿੱਖਾਂ ਦਾ ਸੁਧਾਰ ਕਰਨਾ ਤੇ ਉਹ ਰਾਤੋਂ ਰਾਤ ਅੰਮ੍ਰਿਤ ਵੀ ਛਕ ਲੇ। ਉਹਦਾ ਅੰਮ੍ਰਿਤ ਛੱਡਣਾ, ਉਹ ਜਿਹੜੇ ਲੋਕਾਂ ਨੇ ਪਹਿਲੇ ਅੰਮ੍ਰਿਤ ਛਕੇ ਨੇ ਤੇ ਉਹ ਲੋਕ ਵਧੀਆ ਸਿੱਖ ਨਹੀਂ ਹੈਗੇ, ਸਿੰਘਾਂ ਸਿੰਘਣੀਆਂ ਨੇ। ਜਿੱਥੇ ਉਹਦਾ ਕੰਮ ਕਰਨ ਦਾ ਖੇਤਰ ਹੈ ਉਹ ਜਾ ਕੇ ਪਿੰਡਾਂ 'ਚ ਕੰਮ ਕਰੇ। ਉਹ ਗੁਰਦੁਆਰਿਆਂ ਦੀ ਸਫਾਈ ਵੱਲ ਨਾ ਧਿਆਨ ਦੇ ਵੀ ਇੱਥੋਂ ਬੈਂਚ ਕੱਢ ਦਿਓ, ਕੁਰਸੀਆਂ ਕੱਢ ਦਿਓ। ਤਾਂ ਉਹਦੇ ਨਾਲ ਤੇ ਗੁਰਦੁਆਰਿਆਂ 'ਚ ਲੋਕਾਂ ਦੀ ਸੰਗਤ ਦਾ ਜਾਣਾ ਘੱਟ ਜਾਏਗਾ। ਤੁਸੀਂ ਜਿਸ ਉਮਰ ਵਿੱਚ ਉਹਨਾਂ ਨੂੰ ਗੁਰੂ ਮਹਾਰਾਜ ਦੀ ਨੇੜਤਾ ਦੀ ਬਹੁਤੀ ਲੋੜ ਹੁੰਦੀ ਹੈ, ਜਦੋਂ ਸਰੀਰ ਬਿਰਧ ਹੈ, ਬਿਮਾਰੀਆਂ ਲੱਗਣ, ਉਹਦੇ ਅੱਗੇ ਅਰਦਾਸ ਕਰਨੀ ਹੈ, ਉਸ ਸਮੇਂ ਉਹਨਾਂ ਨੂੰ ਤੁਸੀਂ ਕਹੋ ਤੁਸੀਂ ਨਹੀਂ ਆ ਸਕਦੇ ਗੁਰਦੁਆਰੇ, ਜਦੋਂ ਬੈਠ ਹੀ ਨਹੀਂ ਸਕਦੇ ਫਿਰ ਉਹ ਗੁਰਦੁਆਰੇ ਨਹੀਂ ਆਉਣਗੇ। ਸੋ ਇਹ ਬੜੀ ਵਿਰੋਧਾਭਾਸੀ ਹੈ। ਕੋਈ ਨਹੀਂ ਬੋਲਦਾ, ਇਹਦਾ ਇਹ ਮਤਲਬ ਨਹੀਂ ਕਿ ਅਕਾਲ ਤਖਤ ਨੂੰ ਬੋਲਣਾ ਚਾਹੀਦਾ, ਪਰ ਅਕਾਲ ਤਖਤ ਦੀ ਬੜੀ ਪ੍ਰੋਬਲਮ ਹੈ। ਅਕਾਲ ਤਖਤ ਨੇ ਫੈਸਲੇ ਕੁਛ ਲੈ ਲਏ ਪਟਨਾ ਸਾਹਿਬ ਦੇ ਤਖਤ ਬਾਰੇ, ਉਹਨਾਂ ਨੇ ਸਾਰੇ ਫੈਸਲੇ ਰਿਜੈਕਟ ਕਰਤੇ। ਜਿਹੜੀ ਇਹਨਾਂ ਨੇ ਸੇਵਾ ਲਾਈ ਸੀ ਉੱਥੋਂ ਦੇ ਜਨਰਲ ਸੈਕਟਰੀ ਤੇ ਹੋਰਾਂ ਨੇ, ਉਹ ਜਿਹੜੀ ਸੇਵਾ ਕਰ ਰਹੇ ਸੀ ਉੱਥੇ ਲੋਕਾਂ ਨੇ ਉਹਨਾਂ ਨੂੰ ਕੁੱਟਿਆ। ਅਕਾਲ ਤਖਤ ਦੇ ਜਥੇਦਾਰ ਦਾ ਪੁਤਲਾ ਜਲਾਤਾ। ਸੋ ਇਹ ਦੇਖਣਾ ਪਏਗਾ ਕਿ ਵੀ ਜੋ ਕੁਝ ਇਹ ਕਰ ਰਿਹਾ ਉਹਨੂੰ ਰੋਕਣ ਲਈ ਕਿਸੇ ਕੋਲ ਜੁਰਤ ਹੋਏਗੀ ਤੇ ਤਾਂ ਕਰੇਗਾ ਨਾ। ਇਹ ਫੈਸਲਾ ਤੇ SGPC ਨੇ ਲੈਣਾ ਵੀ ਉਹ ਜੋ ਕਰ ਰਿਹਾ ਠੀਕ ਕਰ ਰਿਹਾ ਕਿ ਨਹੀਂ ਕਰ ਰਿਹਾ। ਇਹ ਤੇ SGPC ਨੇ ਰੈਜ਼ੋਲੂਸ਼ਨ ਪਾ ਕੇ ਗੁਰਦੁਆਰਿਆਂ 'ਚ ਦਿੱਤੇ ਜਿੱਥੇ ਸਿੱਖ ਕੌਮ ਪੂਰੀ ਵੰਡੀ ਗਈ ਕਿ ਵੀ ਤੁਸੀਂ ਬੈਠ ਕੇ ਲੰਗਰ ਛਕ ਸਕਦੇ ਹੋ। ਤੇ ਉਹਦੇ ਕੁਰਸੀ ਵੀ ਲੱਗੇ ਹੋਏ ਨੇ ਵਿਦੇਸ਼ਾਂ 'ਚ, ਮੇਜ਼ ਵੀ ਲੱਗੇ ਹੋਏ ਨੇ। ਇੰਡੀਆ ਨਾਲੋਂ ਵੀ ਭਾਰਤ ਵਿੱਚ ਇਸ ਤਰ੍ਹਾਂ ਨਹੀਂ ਲੱਗੇ ਹੋਏ, ਪਰ ਲੱਗੇ ਇੱਥੇ ਵੀ ਲੋਕੀ ਬੈਂਚਾਂ 'ਤੇ ਬਹਿ ਜਾਂਦੇ ਨੇ। ਹਰ ਲੰਗਰ ਦੇ ਚਾਰੋਂ ਤਿੰਨ ਪਾਸੇ ਬੈਂਚ ਲੱਗੇ ਹੁੰਦੇ ਨੇ। ਜਿਨ੍ਹਾਂ ਦੀਆਂ ਲੱਤਾਂ ਖਰਾਬ ਹਨ ਉੱਥੇ ਬਹਿ ਜਾਂਦੇ ਨੇ। ਤੁਸੀਂ ਫਿਰ ਜਿਨ੍ਹਾਂ ਦੇ ਅੰਗਹੀਣ ਹੋ ਗਏ ਨੇ ਉਹਨਾਂ ਨੂੰ ਗੁਰਦੁਆਰਿਆਂ 'ਚੋਂ ਕੱਢਣ ਦਾ ਹੀ ਏਜੰਡਾ ਹੈ ਨਾ ਤੁਹਾਡਾ। ਜੇ ਮਤਲਬ ਕੋਈ ਬੰਦੇ ਜੋ ਕੁਛ ਇਹ ਕਾਰਵਾਈ ਪੈ ਰਹੀ ਹੈ ਇਹ ਮਨੁੱਖਤਾ ਵਿਰੋਧੀ ਹੈ, ਇਹ ਸਿੱਖ ਧਰਮ ਵਿਰੋਧੀ ਹੈ ਔਰ ਇਹਦੇ ਨਾਲ ਕੋਈ ਲੋਕਾਂ ਨੇ ਜਿਨ੍ਹਾਂ ਨੂੰ ਤੁਸੀਂ ਗੁਰਦੁਆਰੇ ਜਾਣ ਤੋਂ ਅਸਮਰੱਥ ਬਣਾ ਦਿਓਗੇ ਬੈਠਣ ਤੋਂ, ਉਹ ਤੁਹਾਨੂੰ ਕੋਈ ਅਸੀਸਾਂ ਨਹੀਂ ਦੇਣਗੇ। ਇਹ ਸੋਚਣਾ ਪਏਗਾ ਜੀ। ਤੁਸੀਂ ਵਿਚਾਰ ਸਾਂਝੇ ਕੀਤੇ ਜੀ, ਬਹੁਤ ਸ਼ੁਕਰੀਆ। ਥੈਂਕ ਯੂ ਜੀ। ਇਹ ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਚੰਚਲ ਮਨੋਹਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਿਚਾਰ ਆਪਣੇ ਤਜਰਬੇ ਦੇ ਵਿੱਚੋਂ ਔਰ ਗੁਰਬਾਣੀ ਦੇ ਨਾਲ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਜਿੰਨੇ ਵੀ ਬਿਆਨ ਦਿੱਤੇ ਹਾਲ ਦੀ ਘੜੀ ਦੇ ਵਿੱਚ ਉਹ ਸਰਾਸਰ ਗਲਤ ਨੇ। ਔਰ ਗਲਤ ਕਿਵੇਂ ਨੇ, ਇਹਨਾਂ ਨੇ ਆਪਣੀਆਂ ਦਲੀਲਾਂ ਰੱਖੀਆਂ ਨੇ। ਹੁਣ ਕੋਈ ਇਸ ਦੇ ਨਾਲ ਸਹਿਮਤ ਵੀ ਹੋ ਸਕਦਾ ਤੇ ਕੋਈ ਅਸਹਿਮਤੀ ਵੀ ਰੱਖ ਸਕਦਾ ਹੈ, ਪਰ ਤੁਸੀਂ ਕੀ ਸੋਚਦੇ ਹੋ ਆਪਣੀ ਰਾਏ ਵੀ ਜ਼ਰੂਰ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰਿਓ। ਔਰ ਆਪਣੇ ਘਰਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਕੀ ਕੁਝ ਚੱਲ ਰਿਹਾ, ਕੀ ਕੁਝ ਹੋਣਾ ਚਾਹੀਦਾ, ਕਿ ਇਸ ਦਾ ਫੈਸਲਾ ਆਪ ਮਿਲ ਕੇ ਸੰਗਤ ਕਰੇ ਜਾਂ ਫਿਰ ਕੋਈ ਇੱਕ
ਉੱਠਿਆ ਲੀਡਰ ਬਣ ਕੇ ਕਰਨ ਵਾਲਾ ਉਹ ਕਰੇ। ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਤੈਅ ਕੀ ਹੁੰਦਾ, ਸਹੀ ਕੀ ਹੈ, ਗਲਤ ਕੀ ਹੈ, ਪਰ ਅਸੀਂ ਕੋਸ਼ਿਸ਼ ਕੀਤੀ ਹੈ ਸੰਵਾਦ ਰਚਾਉਣ ਦੀ। ਫਿਲਹਾਲ ਇਸ ਮੁਲਾਕਾਤ ਵਿੱਚ ਇੰਨਾ ਹੀ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਚੰਡੀਗੜ੍ਹ।